ਜਿਹੜੀ ਆਪਾਂ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਹੈ ਡਰੱਗਸ ਦੇ ਅਗੇਂਸਟ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਤੇ, ਉਹ ਇਸ ਹਫਤੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 173 FIR ਦਰਜ ਹੋਈਆਂ, ਜਿਹਦੇ 'ਚ 241 ਅਕਿਊਜ਼ਡ ਅਰੈਸਟ ਹੋਏ ਆ। ਇਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀਆਂ 18 FIR ਦਰਜ ਹੋਈਆਂ, 134 FIR ਮੀਡੀਅਮ ਕੁਆਂਟੀਟੀ ਦੀਆਂ, 21 FIR ਜਿਹੜੀਆਂ ਨੇ ਸਮਾਲ ਕੁਆਂਟੀਟੀ ਦੀਆਂ ਦਰਜ ਹੋਈਆਂ। ਸਭ ਤੋਂ ਵੱਧ FIR ਕਮਿਸ਼ਨਰੇਟ ਲੁਧਿਆਣਾ 'ਚ 15 ਦਰਜ ਹੋਈਆਂ, ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ 'ਚ 14, ਫਿਰੋਜ਼ਪੁਰ ਦੇ ਵਿੱਚ 13। ਔਰ ਕਮਰਸ਼ੀਅਲ ਕੁਆਂਟੀਟੀ ਦੀਆਂ ਜਿਹੜੀਆਂ FIR ਦਰਜ ਹੋਈਆਂ ਉਹਦੇ 'ਚ 3 ਲੁਧਿਆਣਾ ਕਮਿਸ਼ਨਰੇਟ ਦਰਜ ਹੋਈਆਂ, ਪਟਿਆਲਾ ਦੇ ਵਿੱਚ 2, ਬਰਨਾਲਾ ਦੇ ਵਿੱਚ 2। ਇਸ ਸਮੇਂ ਦੇ ਦੌਰਾਨ ਜਿਹੜੀ ਰਿਕਵਰੀ ਹੋਈ ਹੈ ਉਹ ਹੈਰੋਇਨ ਦੀ 5 ਕਿਲੋ ਦੀ ਰਿਕਵਰੀ ਹੋਈ ਹੈ, OPM ਦੀ ਵੀ 5 ਕਿਲੋ ਦੀ ਰਿਕਵਰੀ ਹੋਈ ਹੈ, ਪੌਪੀ ਹਸਕ ਦੀ 592 ਕਿਲੋਗ੍ਰਾਮ ਦੀ ਰਿਕਵਰੀ ਹੋਈ ਹੈ। ਔਰ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਆ ਉਹਦੀ 1,95,464 ਯੂਨਿਟ ਜਿਹੜੇ ਨੇ ਰਿਕਵਰ ਕੀਤੇ ਗਏ ਆ। ਡਰੱਗ ਮਨੀ 7,99,200 ਰੁਪਏ ਜਿਹੜੇ ਆ ਡਰੱਗ ਮਨੀ ਰਿਕਵਰ ਕੀਤੀ ਗਈ ਹੈ। ਔਰ ਇਸ ਸਮੇਂ ਦੇ ਦੌਰਾਨ 13 ਜਿਹੜੇ ਨੇ PO/ਅਬਸਕੌਂਡਰ ਜਿਹੜੇ NDPS ਐਕਟ ਦੇ ਉਹ ਅਰੈਸਟ ਕੀਤੇ ਆ। ਟੋਟਲ PO ਜਿਹੜੇ ਹੁਣ ਤੱਕ ਅਰੈਸਟ ਹੋ ਗਏ ਆ ਸਾਡੇ ਜਿਹੜੇ NDPS ਐਕਟ ਦੇ, ਜਦੋਂ ਦੀ ਇਹ ਕੈਂਪੇਨ ਸਟਾਰਟ ਹੋਈ ਆ ਉਹ 636 ਜਿਹੜੇ ਨੇ PO ਅਰੈਸਟ ਹੋਏ ਆ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਸਪੈਸ਼ਲ ਕੈਂਪੇਨ ਆਪਾਂ ਚਲਾਈ ਹੈ ਜਿਹੜੀ ਕਿ ਚਾਈਨੀਜ਼ ਡੋਰ ਦੇ ਖਿਲਾਫ, ਕਿਉਂਕਿ ਪੂਰੀ ਸਟੇਟ ਦੇ ਵਿੱਚ ਬਹੁਤ ਸਾਰੇ ਕੇਸ ਆਉਣੇ ਸ਼ੁਰੂ ਹੋਏ ਸੀਗੇ ਚਾਈਨੀਜ਼ ਡੋਰ ਦੇ। ਸੋ ਉਹਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ 234 FIR ਦਰਜ ਹੋਈਆਂ, 234, ਤੇ 255 ਜਿਹੜੇ ਨੇ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ। ਔਰ 11,354 ਜਿਹੜੇ ਨੇ ਗੱਟੇ ਜਿਹੜੇ ਬਰਾਮਦ ਕੀਤੇ ਆ ਚਾਈਨੀਜ਼ ਡੋਰ ਦੇ। ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀਗਾ, ਆਪਰੇਸ਼ਨ ਈਗਲ 2, ਜਿਹੜਾ ਆਉਂਦੇ ਕੁਝ ਦਿਨ ਪਹਿਲਾਂ ਚਲਾਇਆ ਗਿਆ ਸੀਗਾ। ਉਸ ਦੇ ਵਿੱਚ ਮੈਂ ਇੱਕ ਦੱਸਣਾ ਚਾਹਾਂਗਾ ਕਿ ਉਹ ਬੜੇ ਵੱਡੇ ਲੈਵਲ ਦਾ ਆਪਰੇਸ਼ਨ ਸੀ, ਜਿਹਦੇ ਵਿੱਚ ADGP, IG, DIG ਲੈਵਲ ਦੇ ਆਫੀਸਰਸ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਗਏ ਸੀ। ਉਹਨਾਂ ਨੇ ਉਸ ਆਪਰੇਸ਼ਨ ਨੂੰ ਲੀਡ ਕੀਤਾ ਸੀਗਾ। ਉਹਦੇ 'ਚ ਟੋਟਲ 315 ਪੈਟਰੋਲਿੰਗ ਪਾਰਟੀਜ਼ ਪੂਰੀ ਸਟੇਟ ਦੇ ਵਿੱਚ ਬਣਾਈਆਂ ਗਈਆਂ ਸੀਗੀਆਂ। 462 ਜਿਹੜੇ ਹਾਈ ਟੈਕ ਵੈਲ ਕੋਆਰਡੀਨੇਟਡ ਨਾਕਾਜ਼ ਲਏ ਕੀਤੇ ਗਏ ਸੀ ਪੂਰੀ ਸਟੇਟ ਦੇ ਵਿੱਚ। 5000 ਤੋਂ ਉੱਪਰ ਜਿਹੜੇ ਪੁਲਿਸ ਅਫੀਸ਼ੀਅਲ ਸੀਗੇ ਉਹਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ। ਐਂਡ 281 ਰੇਲਵੇ ਸਟੇਸ਼ਨ ਤੇ ਬੱਸ ਸਟੈਂਡਸ ਦੀ ਚੈਕਿੰਗ ਕੀਤੀ ਗਈ, 895 ਹੋਟਲਸ ਦੀ ਸਰਾਵਾਂ ਦੀ ਚੈਕਿੰਗ ਕੀਤੀ ਗਈ, 11,939 ਜਿਹੜੇ ਸਸਪੈਕਟਡ ਪਰਸਨ ਸੀਗੇ ਉਹਨਾਂ ਨੂੰ ਚੈੱਕ ਕੀਤਾ ਗਿਆ ਇਸ ਸਮੇਂ ਦੇ ਦੌਰਾਨ। ਔਰ 76 FIR ਦਰਜ ਕੀਤੀਆਂ ਗਈਆਂ, ਜਿਹਦੇ ਵਿੱਚ 91 ਸਸਪੈਕਟਡ ਪਰਸਨਸ ਅਰੈਸਟ ਕੀਤੇ ਗਏ, ਜਿਹਦੇ ਵਿੱਚ ਮੈਜੋਰਿਟੀ ਜਿਹੜੀਆਂ FIR ਸੀਗੀਆਂ ਉਹ NDPS ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ BSF ਦੇ ਨਾਲ ਇੱਕ ਡਰੋਨ ਜਿਹੜਾ ਸੀਗਾ ਉਹ ਗਿਰਾਇਆ 21 ਤੇ 22 ਜਨਵਰੀ ਦੀ ਰਾਤ ਨੂੰ। ਇਹ ਵਿਲੇਜ ਕੱਕੜ ਹੈਗਾ ਹੈ ਜਿੱਥੇ ਸਪੈਸ਼ਲ ਆਪਰੇਸ਼ਨ ਕੀਤਾ ਗਿਆ। ਅੰਮ੍ਰਿਤਸਰ ਰੂਰਲ ਜਿਹੜਾ ਉਹਦੇ ਵਿੱਚ ਪੈਂਦਾ ਵਾ। 2 ਕਿਲੋਮੀਟਰ ਪੰਜਾਬ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਇੰਡੀਆ ਪਾਕਿਸਤਾਨ ਦਾ ਬਾਰਡਰ ਆ, ਉਸ ਬਾਰਡਰ ਤੋਂ 2 ਕਿਲੋਮੀਟਰ ਦੇ ਅੰਦਰ ਅੰਦਰ ਇਹਨੂੰ ਗਿਰਾਇਆ ਗਿਆ ਸੀਗਾ। ਔਰ ਇਹ ਬੜਾ ਸੋਫਿਸਟੀਕੇਟਡ ਇੱਕ ਹੈਕਸਾਕਾਪਟਰ ਸੀਗਾ, ਜਿਹਦੇ ਵਿੱਚ ਬਹੁਤ ਹਾਈ ਕੁਆਲਿਟੀ ਦੀਆਂ ਜਿਹੜੇ ਨਾਈਟ ਵਿਜ਼ਨ ਤੇ ਇਨਫਰਾਰੈਡ ਬੇਸਡ ਨਾਈਟ ਵਿਜ਼ਨ ਤੇ GPS ਸਿਸਟਮ ਲੱਗਿਆ ਸੀਗਾ। ਔਰ ਇਹ ਡਰੋਨ ਜਿਹੜਾ ਜਦੋਂ ਗਿਰਾਇਆ ਗਿਆ 5 ਕਿਲੋ ਹੈਰੋਇਨ ਦੀ ਰਿਕਵਰੀ ਹੋਈ। ਅੰਮ੍ਰਿਤਸਰ ਰੂਰਲ ਪੁਲਿਸ ਨੇ ਇਨ ਕੋਆਰਡੀਨੇਸ਼ਨ ਵਿਦ BSF ਇਸ ਆਪਰੇਸ਼ਨ ਜਿਹੜਾ ਇਹਨੂੰ ਅੰਜਾਮ ਦਿੱਤਾ। ਔਰ ਪਿਛਲੇ 2 ਮਹੀਨੇ ਦੇ ਦੌਰਾਨ ਇਸ ਏਰੀਆ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ 6 ਡਰੋਨ ਅਲੱਗ-ਅਲੱਗ ਟਾਈਮ ਤੇ ਜਿਹੜੇ ਗਿਰਾਏ ਗਏ, ਜਿਹਦੇ ਵਿੱਚ 29 ਨਵੰਬਰ 2022 ਨੂੰ ਇੱਕ BOP ਹਰਭਜਨ ਆ ਖੇਮਕਰਨ ਸੈਕਟਰ 'ਚ, ਉੱਥੇ ਡਰੋਨ ਗਿਰਾਇਆ ਸੀਗਾ। ਇਸੇ ਤਰ੍ਹਾਂ 30 ਨਵੰਬਰ 2022 ਨੂੰ ਵਾਂ ਤਾਰਾ ਸਿੰਘ ਆ ਖਾਲੜੇ ਏਰੀਆ ਦੇ ਵਿੱਚ, ਉੱਥੇ ਗਿਰਾਇਆ ਸੀਗਾ। ਫਿਰ 2 ਦਸੰਬਰ 2022 ਨੂੰ ਵੀ ਖੇਮਕਰਨ ਦੇ ਏਰੀਆ ਦੇ ਵਿੱਚ ਡਰੋਨ ਗਿਰਾਇਆ ਸੀ। 4 ਦਸੰਬਰ 2022 ਨੂੰ BOP ਕਾਲੀਆ ਹੈ ਤਰਨਤਾਰਨ 'ਚ, ਉੱਥੇ 25 ਦਸੰਬਰ ਨੂੰ ਜਿਹੜਾ ਹੈਗਾ ਹੈ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਉਹ ਵੀ ਅੰਮ੍ਰਿਤਸਰ ਰੂਰਲ ਦੇ ਏਰੀਏ 'ਚ, ਔਰ ਉਹਦੇ ਵਿੱਚ 10 ਕਿਲੋ ਦੀ ਰਿਕਵਰੀ ਹੋਈ ਸੀ। ਔਰ ਜਿਹੜਾ ਕੱਲ੍ਹ ਹੋਇਆ ਇਹਦੇ ਵਿੱਚ 5 ਕਿਲੋ ਦੀ ਰਿਕਵਰੀ ਹੋਈ ਆ। ਸੋ BSF ਦੇ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਪੰਜਾਬ ਪੁਲਿਸ ਦਾ ਚੱਲ ਰਿਹਾ। ਜਿਹੜੀ ਐਂਟੀ ਡਰੋਨ ਜਿਹੜੀ ਡਰਾਈਵ ਚਲਾਈ ਸੀਗੀ ਉਹਦੇ ਵਿੱਚ ਵੀ ਕਾਫੀ ਵੱਡੀਆਂ ਅਚੀਵਮੈਂਟਸ ਵੀ ਹੋ ਰਹੀਆਂ, ਔਰ ਉਹਨੂੰ ਕਾਊਂਟਰ ਕਰਨ ਦੇ ਵਿੱਚ ਵੀ ਪੰਜਾਬ ਪੁਲਿਸ ਵਿਦ ਕੋਆਰਡੀਨੇਸ਼ਨ ਆਫ BSF ਕਾਫੀ ਸਹਾਈ ਹੋ ਰਹੀ ਹੈ ਉਹਦੇ ਵਿੱਚ। ਇਹ ਪਿਛਲੇ ਜਿਹੜਾ ਸਾਡਾ ਹਫਤੇ ਦਾ ਹੈ ਉਹਦੇ ਦੌਰਾਨ ਜਿਹੜੇ ਚੰਗੇ ਕੰਮ ਕੀਤੇ ਗਏ।
ਔਰ ਇਸ ਤੋਂ ਇਲਾਵਾ ਇੱਕ ਦੋ ਇਨਸੀਡੈਂਟ ਅਨਫੋਰਚੂਨੇਟ ਹੋਏ ਸੀਗੇ, ਜਿੱਦਾਂ ਪਟਿਆਲੇ ਦੇ ਵਿੱਚ ਇਨਸੀਡੈਂਟ ਹੋਇਆ ਸੀਗਾ, ਉਹਦੇ 'ਚ ਤੁਰੰਤ ਪੁਲਿਸ ਨੇ ਐਕਟੀਵਿਟੀ ਆਪਣੀ ਫਟਾਫਟ ਪ੍ਰੋਐਕਟਿਵ ਹੋ ਕੇ ਉਹ 2 ਅਕਿਊਜ਼ ਸੀਗਾ, ਬੱਚੀ ਦਾ ਇੱਕ ਦਾ ਰੇਪ ਦਾ ਕੇਸ ਰਜਿਸਟਰ ਹੋਇਆ ਸੀ 13 ਸਾਲ ਦੀ ਬੱਚੀ ਦਾ, ਉਹ 'ਚ 2 ਦੋਸ਼ੀ ਸੀਗੇ, ਉਹ ਦੋਨੇ ਪਟਿਆਲਾ ਪੁਲਿਸ ਨੇ ਤੁਰੰਤ ਅਰੈਸਟ ਕਰ ਲਿਆ ਔਰ ਉਹ ਫਰਦਰ ਉਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਉਹਨਾਂ ਦੋਨਾਂ ਦੋਸ਼ੀਆਂ ਦਾ। सर 26 जनवरी को लेकर पंजाब में आतंकी हमले की जो जिस तरह से आशंका है और खासकर जो बब्बर खालसा का नाम इसमें आ रहा है और कुछ गैंगस्टरों का नाम आ रहा है, साथ में हिंदू जो टारगेट किलिंग है वो भी इसमें चल रहा है, तो उसको किस तरह से है? नहीं देखिए, 26 जनवरी जो है हमेशा सेंसिटिव रहती है, चाहे वो 15 अगस्त हो 26 जनवरी हो, तो हमारी पूरी प्रॉपर प्रिपरेशंस हैं उसमें। हर ज़िले में जैसे हमारा ऑपरेशन ईगल 2 हमने चलाया था, तो इस तरह के ऑपरेशन भी जारी रहेंगे। उसके अलावा हर ज़िले की जो सुपरविज़न है वो एक सीनियर ऑफिसर को, जिसमें एडीजीपी लेवल के, आईजी लेवल के, डीआईजी लेवल के ऑफिसर होंगे, वो सारे सिक्योरिटी अरेंजमेंट्स जो है सुपरवाइज करेंगे। और बहुत सारी इनपुट्स जो भी इनपुट्स आती हैं, कोई ऐसा बिकॉज हम शेयर नहीं कर सकते हैं, बट हमारे जो स्पेशलाइज्ड विंग्स हैं जिसमें इंटरनल सिक्योरिटी और काउंटर इंटेलिजेंस है, जो स्पेशली जो एंटी टेररिस्ट ऑपरेशंस को लीड करते हैं, उनकी तरफ से भी इनपुट ली जा रही है और बाकी एजेंसीज के साथ भी पंजाब पुलिस टच में है इसके लिए। सर इसमें 2 दिल्ली में भी जो आतंकी पकड़े गए थे, उन्होंने भी पंजाब के कुछ नेताओं के नाम लिए थे जो उनके निशाने पर थे। यहाँ भी खन्ना में भी पंजाब पुलिस ने कार्रवाई की, 1 दर्जन लोग पकड़े गए इसमें, उनसे भी कुछ ऐसे इनपुट मिले थे कि उनके निशाने पर कुछ नेता थे। नहीं, वो जो हमारा एक्चुअली सिक्योरिटी विंग में ना टारगेट हार्डनिंग हम करते रहते हैं, जितने भी थ्रेट परसेप्शन जिनको है वो सारी लिस्ट हमारे पास है। हमने एरिया वाइज, डिस्ट्रिक्ट वाइज, सब डिवीज़न वाइज, पुलिस स्टेशन वाइज कैटेगराइज किया हुआ है सबको। तो जो इनपुट्स आते हैं उसको भी हमारे पास ऑलरेडी पहले से भी जो इनपुट्स हैं उसके बेसिस पे हम थ्रेट परसेप्शन जो है उसको टाइम टू टाइम चेक करके उसमें जो वेरिएशन आती है, जो चेंजेस आती है करके टारगेट हारने का मतलब है कि जो हमारे जिनको टारगेट किया जा सकता है उनकी सिक्योरिटी को हम स्पेशल जो है वो अटेंशन देते हैं उस चीज़ को। That cannot be shared. We cannot share because उसमें फिर even numbers cannot be shared. ਸਰ ਇੱਕ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਵੀ ਇੱਕ ਮਾਰਚ ਕੱਢਣ ਜਾ ਰਿਹਾ ਹੈ, ਜਿਸ ਦੇ ਵਿੱਚ ਕਾਲੇ ਝੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਹੋਣਗੇ। ਮਨੈਲ ਜੈਨ ਦੇ ਕੋਲੋਂ ਵੀ ਉਹ ਮਾਰਚ ਨਿਕਲਣਾ ਹੈਗਾ, ਮੋਹਾਲੀ ਦੇ ਵੱਖ-ਵੱਖ ਥਾਵਾਂ ਤੇ ਮਾਰਚ ਨਿਕਲਣਾ ਹੈਗਾ। ਲੱਗਦਾ ਹੈ ਕਿ ਉਸ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਤੇ ਪੁਲਿਸ ਦੀ ਤਾਲਮੇਲ ਕੀ ਹੈਗਾ ਉਸ ਨੂੰ? ਨਹੀਂ ਦੇਖੋ, 26 ਜਨਵਰੀ ਨੂੰ ਕਈ ਵਾਰੀ ਅੱਗੇ ਵੀ ਹੁੰਦਾ ਹੈ, ਕਈ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਵੀ ਇਹ ਹੁੰਦਾ ਹੈ। ਉਹ ਕਿਉਂਕਿ ਏਰੀਆ ਸਪੈਸੀਫਿਕ ਜਿਹੜੀ ਸਿਕਿਉਰਿਟੀ ਹੈ ਉਹ ਕੰਸਰਨ ਡਿਸਟ੍ਰਿਕਟ ਪੁਲਿਸ ਨੇ ਕਰਨੀ ਹੁੰਦੀ ਹੈ। ਜਿੱਥੇ ਕਿਸੇ ਨੂੰ ਅਸਿਸਟੈਂਸ ਚਾਹੀਦੀ ਹੋਏਗੀ ਫਰੋਮ ਦੀ ਹੈੱਡਕੁਆਟਰਸ, ਕੋਈ ਫੋਰਸ ਦੀ ਰਿਕੁਆਇਰਮੈਂਟ ਹੋਏਗੀ, ਕੋਈ ਹੋਰ ਹੋਏਗੀ, ਉਹ ਪੂਰੀ ਕੀਤੀ ਜਾਏਗੀ। ਬਟ ਇਨ ਐਨੀ ਕੇਸ ਕੋਈ ਵੀ ਹੋਵੇ 26 ਜਨਵਰੀ ਨੂੰ ਪੁਖਤਾ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਉਹ ਕੀਤੇ ਜਾਣਗੇ, ਚਾਹੇ ਉਹ ਥ੍ਰੈਟਨਡ ਪਰਸਨਸ ਦੀ ਸਿਕਿਉਰਿਟੀ ਨੂੰ ਲੈ ਕੇ ਹੋਵੇ, ਵੈਨਿਊ ਸਿਕਿਉਰਿਟੀ ਹੋਵੇ, ਜਨਰਲ ਏਰੀਆ ਦੀ ਸਿਕਿਉਰਿਟੀ ਹੋਵੇ ਜਿਹਦੇ ਵਿੱਚ ਕਰਾਊਡਡ ਮਾਰਕੀਟਸ ਹੋਰ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਸੈਂਸਿਟਿਵ ਪਲੇਸਿਸ ਜਿਹ ਆ ਜਾਂਦੀਆਂ ਹੈ, ਔਰ ਜਾਂ ਲਾਅ ਐਂਡ ਆਰਡਰ ਨੂੰ ਲੈ ਕੇ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਆ, ਕੋਈ ਮਾਰਚ ਆ। ਸੋ ਮੇਨਟੇਨੈਂਸ ਆਫ ਪੀਸ ਐਂਡ ਸਿਕਿਉਰਿਟੀ ਜਿਹੜਾ ਉਹ ਸਾਡੀ ਰਿਸਪੌਂਸਿਬਿਲਿਟੀ ਹੈ, ਦੈਟ ਵਿਲ ਬੀ ਮੇਨਟੇਨ। ਸਰ ਜਿਹੜਾ ਆਪਾਂ ਹੁਣ ਤੱਕ ਜਿੰਨੀ ਡਰੱਗਸ ਫੜੀ ਹੈ ਕਿ ਇਹਨੂੰ ਖਤਮ ਕਰ ਦਿੱਤਾ ਗਿਆ ਕਿ ਜਾਂ ਹਲੇ ਕਦੋਂ ਕਰਨਾ ਤੇ ਕਿੰਨੀ? ਨਹੀਂ, ਇਹਦਾ ਇੱਕ ਪ੍ਰੋਸੀਜਰ ਹੁੰਦਾ ਹੈ ਜੀ। ਇਹਦੇ ਵਿੱਚ 52A ਇੱਕ ਸੈਕਸ਼ਨ ਆ ਜਿਹੜਾ NDPS ਐਕਟ ਦਾ, ਉਹਦੇ 'ਚ ਜੱਜ ਸਾਹਿਬ ਕੋਲ ਲਿਜਾ ਕੇ ਸੈਂਪਲਸ ਲੈ ਕੇ ਫਿਰ ਉਹਨੂੰ ਫਰਦਰ ਡਿਸਟਰੋਏ ਕੀਤਾ ਜਾਂਦਾ ਹੈ। ਉਹਦੇ ਵਿੱਚ ਕੁਝ ਟੈਕਨੀਕਲ ਪ੍ਰੋਸੀਜਰਸ ਹੁੰਦੇ ਆ, ਉਹ ਅਲੱਗ-ਅਲੱਗ ਟਾਈਮ 'ਤੇ, ਔਰ ਇਹ ਨਹੀਂ ਕਿ ਇੱਕ ਦਿਨ 'ਚ ਸਾਰਾ ਕਰ ਦਿੱਤਾ, ਬਟ ਉਹ ਚੱਲਦਾ ਪ੍ਰੋਸੈਸ ਐਂਡ ਉਹ ਔਨਗੋਇੰਗ ਪ੍ਰੋਸੈਸ ਹੁੰਦਾ, ਉਹ ਕੀਤਾ ਜਾ ਰਿਹਾ ਸਮੇਂ-ਸਮੇਂ 'ਤੇ ਹੋ ਰਿਹਾ ਹੈ। ਉਹ ਜਿੱਦਾਂ ਰਿਕਵਰੀ ਹੁੰਦੀ ਹੈ ਉਸ ਤੋਂ ਬਾਅਦ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਹੁੰਦੀ ਹੈ, ਸਾਰਾ ਕਰਕੇ, ਪਰ ਜੋ ਪ੍ਰੋਸੀਜਰ ਅਡਾਪਟ ਕਰਨਾ ਬੰਦਾ ਐਜ਼ ਪਰ ਲਾਅ ਉਹ ਕਰਕੇ ਉਹ ਲਗਾਤਾਰ ਚੱਲਦਾ ਰਹਿੰਦਾ। ਸਰ ਦਿੱਲੀ ਪੰਜਾਬ ਪੁਲਿਸ ਜਿਹੜੀ ਦਿੱਲੀ ਗਈ ਸੀਗੀ ਜਗਤਾਰ ਸਿੰਘ ਹਵਾਰਾ ਨੂੰ ਉੱਥੋਂ ਪ੍ਰੋਡਕਸ਼ਨ ਵਾਰੰਟ ਲਈ, ਕੀ ਹਲੇ ਪ੍ਰੋਡਕਸ਼ਨ ਵਾਰੰਟ ਹਲੇ ਨਹੀਂ ਮਿਲ ਪਾ ਰਿਹਾ? ਨਹੀਂ ਦੇਖੋ, ਇਹ ਚੀਜ਼ਾਂ ਅਜੇ ਇਸ ਲੈਵਲ ਤੇ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਇਹਦੇ 'ਚ ਬਹੁਤ ਸਾਰੇ ਸਿਕਿਉਰਿਟੀ ਇਸ਼ੂਜ਼ ਵੀ ਹੁੰਦੇ ਹਨ। ਨਹੀਂ ਸਰ, ਉਹਨੂੰ ਲਿਆਂਦਾ ਜਾਏਗਾ ਜਾਂ VC ਦੇ ਰਾਹੀਂ ਉਹਦੀ? ਨਹੀਂ, ਉਹੀ ਮੈਂ ਕਹਿ ਰਿਹਾ, ਇਹ ਸ਼ੇਅਰ ਨਹੀਂ ਕੀਤਾ ਜਾ ਸਕਦਾ ਇਹ ਚੀਜ਼। सर बब्बर खालसा और सिख फॉर जस्टिस कई हिंदू लीडर्स को धमकियां दे रहे हैं, पाकिस्तान से उनको वीडियो भेजे जा रहे हैं AK-47 के साथ, और कनाडा अमेरिका से भी थ्रेट वाले कॉल्स आ रहे हैं, तो ये क्या इसको 26 जनवरी से जोड़ के देखा जा रहा है कि? देखो, ये मैं नहीं कह सकता क्लियरली 26 जनवरी नहीं, ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਕੋਲੇ ਆਲਰੇਡੀ ਦੇਖੋ ਨੰਬਰਸ ਸ਼ੇਅਰ ਨਹੀਂ ਕੀਤੇ ਜਾ ਸਕਦੇ,
ਬਟ ਹਰ ਜ਼ਿਲ੍ਹੇ 'ਚ ਅਸੀਂ ਈਵਨ ਕੈਟੇਗਰਾਈਜ਼ ਤੱਕ ਕਰਦੇ ਹਾਂ ਕਿ ਕਿਸ ਲੈਵਲ ਦਾ ਥ੍ਰੈਟ ਆ। ਉਹ ਕਿਸੇ ਵੀ ਸੰਸਥਾ ਦਾ ਹੋਵੇ, ਕਿਸੇ ਨੂੰ ਪ੍ਰਾਈਵੇਟ ਤੌਰ ਤੇ ਥ੍ਰੈਟ ਹੋਵੇ, ਕੋਈ ਗਵਰਨਮੈਂਟ ਅਫੀਸ਼ੀਅਲ ਹੋਵੇ, ਹਰ ਇੱਕ ਨੂੰ ਕੈਟੇਗਰਾਈਜ਼ ਕਰਕੇ ਕੰਸਰਨ ਸੰਬੰਧਿਤ ਥਾਣੇ ਲੈਵਲ ਤੱਕ ਸਾਡੇ ਕੋਲ ਲਿਸਟਸ ਹੁੰਦੀਆਂ ਔਰ ਉਹਨਾਂ ਨੂੰ ਜਿਸ ਲੈਵਲ ਦਾ ਥ੍ਰੈਟ ਆ ਉਸ ਲੈਵਲ ਦੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਵੀ ਸਾਡਾ ਫਰਜ਼ ਆ। ਸੋ ਉਹ ਅਸੀਂ ਕਰਦੇ ਹਾਂ ਟਾਈਮ ਟੂ ਟਾਈਮ ਔਰ ਹਮੇਸ਼ਾ ਅਪਡੇਟ ਕੀਤਾ ਜਾਂਦਾ ਹੈ। ਐ ਨਹੀਂ ਕਿ ਕੋਈ ਇੱਕ ਵਾਰੀ ਸਿਕਿਉਰਿਟੀ ਦੇਤੀ ਤਾਂ ਉਸ ਤੋਂ ਬਾਅਦ ਆਪਾਂ ਉਹਨੂੰ ਰਿਵਿਊ ਨਹੀਂ ਕਰਨਾ, ਟਾਈਮ ਟੂ ਟਾਈਮ ਰਿਵਿਊ ਕੀਤਾ ਜਾਂਦਾ ਹੈ ਔਰ ਜਿੱਥੇ ਵਧਾਉਣ ਦੀ ਜ਼ਰੂਰਤ ਆ ਉੱਥੇ ਵਧਾਈ ਵੀ ਜਾਂਦੀ ਹੈ। ਸਰ ਇੱਕ ਚੀਜ਼ ਤੁਸੀਂ ਦੱਸੀ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਰਿਕਵਰੀ ਹੋਈ ਹੈ, ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਵੀ ਰਿਕਵਰੀ ਜ਼ਿਆਦਾ ਹੋਈ ਹੈ। ਇਸ ਦਾ ਤਾਲਮੇਲ ਕਿਹਦੇ ਨਾਲ ਜੁੜ ਰਿਹਾ ਹੈਗਾ? ਤੁਸੀਂ ਬਾਰਡਰ ਦੇ ਨਾਲ ਤੇ ਜੁੜਦਾ ਹੀ ਹੈਗਾ। ਦੇਖੋ ਇਹ ਮਲਟੀਪਲ ਹੁੰਦੀ ਹੈ, ਜਿਵੇਂ ਹੈਰੋਇਨ ਦੀ ਮੋਸਟਲੀ ਜਿਹੜੀ ਸਮਗਲਿੰਗ ਹੁੰਦੀ ਹੈ ਅਕ੍ਰੋਸ ਦੀ ਬਾਰਡਰ ਹੀ ਹੁੰਦੀ ਹੈ। ਸਿਮਿਲਰਲੀ ਜਦੋਂ ਆਪਾਂ ਪੌਪੀ ਹਸਕ ਜਾਂ ਓਪੀਐਮ ਦੀ ਗੱਲ ਕਰਦੇ ਹਾਂ ਉਹ ਵਿਦਨ ਮਤਲਬ ਯੂ ਕੈਨ ਸੇ ਆਪਣੇ ਨੇਸ਼ਨ ਦੇ ਅੰਦਰੋਂ ਹੀ ਆਉਂਦੀ ਹੈ ਮੋਸਟਲੀ। ਸੋ ਉਹ ਸਾਰਾ ਅਸੀਂ ਦੇਖੋ ਹਰ ਇਟ ਇਜ਼ ਕੇਸ ਬਾਈ ਕੇਸ ਬੇਸਿਸ ਤੇ ਆ ਕਿ ਹਰ ਕੇਸ ਨਿਕਲਦੇ ਆ ਜੀ, ਤਦੇ ਹੀ ਇੰਨੇ ਵੱਡੇ ਬੰਦੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਵਾਲੇ ਆਪਾਂ ਜਿੱਥੇ ਤੱਕ ਪਹੁੰਚਦੇ ਜਿੱਦਾਂ ਹੁਣ ਲਾਸਟ ਵੀਕ ਵੀ 18 ਕਮਰਸ਼ੀਅਲ ਕੁਆਂਟੀਟੀ ਦੇ ਕੇਸ ਦਰਜ ਹੋਏ। ਸੋ ਉਹ ਅਲਟੀਮੇਟਲੀ ਤਾਂ ਬੈਕਵਰਡ ਲਿੰਕੇਜ ਤੋਂ ਹੀ ਨਿਕਲਦੇ ਆ, ਛੋਟਾ ਫੜਿਆ ਜਾਂਦਾ ਫਿਰ ਵੱਡਾ ਫੜਿਆ ਜਾਂਦਾ, ਉਸ ਤੋਂ ਫਿਰ ਜ਼ਿਆਦਾ ਰਿਕਵਰੀ ਹੁੰਦੀ ਹੈ। ਸਰ ਇੱਕ ਚੀਜ਼ ਐਨਸੀਬੀ ਨੇ ਕਹੀ ਸੀਗੀ ਕਿ ਇੱਥੇ ਬਹੁਤ ਸਾਰੀ ਐਸੀ ਫੈਕਟਰੀਜ਼ ਲੱਗ ਰਹੀਆਂ ਨੇ ਜਿਹੜੀ ਸਿੰਥੈਟਿਕ ਡਰੱਗਸ ਬਣਾ ਰਹੀਆਂ ਨੇ, ਕਿ ਉਹਨਾਂ ਨੂੰ ਫੜਨ ਦੇ ਵਾਸਤੇ ਵੀ ਤੁਹਾਡੇ ਵੱਲੋਂ ਕੁਝ ਕੀਤਾ ਜਾ ਰਿਹਾ ਹੈ? ਦੇਖੋ ਐਨਸੀਬੀ ਨੇ ਪਿੱਛੇ 16 ਬੰਦੇ ਅਰੈਸਟ ਕੀਤੇ ਸੀਗੇ, ਉਹਦੇ ਵਿੱਚ 2 ਲੁਧਿਆਣਾ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਕਲੈਂਡਸਟੀਨ ਫੈਕਟਰੀਜ਼ ਦੀ ਗੱਲ ਕੀਤੀ ਸੀਗੀ। ਸੋ ਉਹਨਾਂ ਨਾਲ ਸਾਡੀਆਂ ਟੀਮਸ ਟੱਚ 'ਚ ਨੇ ਪੂਰੀ ਤਰ੍ਹਾਂ ਔਰ ਉਹਨਾਂ ਨਾਲ ਕੋਆਰਡੀਨੇਸ਼ਨ 'ਚ ਹੀ ਸਾਰਾ ਕੰਮ ਕੀਤਾ ਜਾ ਰਿਹਾ ਫਰਦਰ ਅੱਗੇ। ਕਈ ਐਕਸ਼ਨ ਹੋ ਰਹੇ ਆ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਪੂਰਾ ਯੋਗਦਾਨ ਦੇ ਰਹੀ ਹੈ ਐਨਸੀਬੀ। सर कंपेयर टू द पास्ट इयर्स किस तरह की तैयारी है फॉर 26 इन टर्म्स ऑफ थ्रेट, इन टर्म्स ऑफ टेक्नोलॉजी? आई मीन अगर पास्ट देखो 26 की ना जी, एक तो वेन्यू जो जहाँ पे परेड होती है उसकी सिक्योरिटी होती है, फिर वेन्यू के आसपास तो वो लेयर्ड सिक्योरिटी होती है हमारी हमेशा। एक तो क्लोज प्रॉक्सिमिटी में, फिर आउटर एरियाज पे। सिमिलरली दूसरा इसका पार्ट रहता है जो सेंसिटिव प्लेसेस हैं। सेंसिटिव प्लेसेस आई मीन टू से कि जैसे बड़ी सिटीज़ में जो क्राउडेड मार्केट्स हैं या जो वाइटल इंस्टॉलेशंस हैं उनकी सिक्योरिटी होगी। फिर तीसरा है कि इस टाइम पे क्योंकि जो एंटी नेशनल जो लोग हैं वो कोशिश करते हैं कोई ना कोई सेंसेशन क्रिएट करने की, तो टारगेट हार्डनिंग जो हमारे थ्रेटन्ड जो पर्सन हैं उनकी सिक्योरिटी भी। सो ये वेन्यू सिक्योरिटी सबसे ज़्यादा तवज्जो वेन्यू सिक्योरिटी पे ऑन द डे ऑफ 26 जनवरी, और उससे पहले जो हमारा होता है जैसे हमारा ऑपरेशन ईगल 2 हुआ है, इसी तरह से लगातार सर्चिज होटल्स की, सराइज की, रेलवे स्टेशंस की, बस स्टैंड्स की, क्राउडेड प्लेसेस की, जो मेन मार्केट प्लेसेस हैं, जहाँ जो सेंसिटिव प्लेसेस हैं जिसमें रिलीजियस प्लेसेस भी आ जाते हैं, उनकी चेकिंग लगातार हमारी चलती रहती है। सर एक बठिंडा जेल तो मामला सामने आया जिसके वार्डन ਦੇ ਕੱਪੜੇ ਤੱਕ ਫਾੜਦੇ ਕੈਦੀ ਨੇ, ਜਸਵੀਰ ਸਿੰਘ ਨਾਮ ਦੱਸਿਆ ਜਾ ਰਿਹਾ, ਬਠਿੰਡਾ ਜੇਲ੍ਹ ਦੇ ਵਿੱਚ ਫਾੜੇ ਨੇ। ਮੇਰੀ ਦੇਖੋ ਪ੍ਰਿਜ਼ਨ ਡਿਪਾਰਟਮੈਂਟ ਵਾਲਾ ਜਿਹੜਾ ਨਾ ਉਹ ਅਲੱਗ ਉਹਨਾਂ ਦਾ ਹੈਗਾ। ਸਾਡੇ ਕੋਲੇ ਜਦੋਂ ਕੰਪਲੇਂਟ ਆਉਂਦੀ ਹੈ ਉਦੋਂ ਪੁਲਿਸ ਐਕਸ਼ਨ 'ਚ ਆਉਂਦੀ ਹੈ, ਐਸਾ ਚ ਨੋਟਿਸ ਨਹੀਂ ਹੈਗਾ। ਇੱਕ ਕਪੂਰਥਲੇ ਵੀ ਕਿਸੇ ਇੱਕ ਜਿਹੜਾ ਸੀਗਾ ਸਪਾਈ ਜੀ ਨੂੰ ਮਾਰਤਾ ਸੀਗਾ ਡੰਡੇ ਮਾਰ ਕਰਕੇ, ਤੇ ਉਹ ਵੀ ਇੰਸੀਡੈਂਟ ਹੋਇਆ ਜੀ, ਉਹਦੇ ਚ ਪੁਲਿਸ ਨੇ ਆਲਰੇਡੀ ਐਫਆਈਆਰ 6 ਬੰਦੇ ਜਿਹੜੇ ਹਾਂ ਅਰੈਸਟ ਹੋ ਗਏ ਜੀ। 6 ਜਿਹੜੇ ਕਹਿੰਦੇ 12 ਬੰਦੇ ਕਰ ਰਹੇ ਆ, ਸਾਰੇ ਅਰੈਸਟ ਹੋ ਜਾਣਗੇ। ਦੇਖੋ ਇਹਦੇ ਚ ਤਾਂ ਉਹਦੇ ਜਿੱਥੇ ਘਰ ਦੇ ਕਹਿੰਦੇ ਸੀ ਅਸੀਂ ਸੰਸਕਾਰ ਨਹੀਂ ਕਰਨਾ ਹੈਗਾ। ਦੇਖੋ ਜਿੱਥੇ ਕ੍ਰਾਈਮ ਹੋਇਆ ਜੀ ਬੜਾ, ਉਹ ਅਦਰਵਾਈਜ਼ ਮਰਡਰ ਕਿਸੇ ਦਾ ਵੀ ਇਟਸ ਹੀਨਸ ਕ੍ਰਾਈਮ। ਸੋ ਉਹਦੇ ਚ 12-13 ਬੰਦੇ ਜਿਹੜੇ ਨੋਮੀਨੇਟ ਕੀਤੇ ਗਏ, 6 ਅਰੈਸਟ ਹੋ ਗਏ ਆ, ਬਾਕੀ ਦੇ ਜਿਹੜੀ ਪੁਲਿਸ ਆ ਉਹ ਲੱਗੀ ਹੋਈ ਹੈ, ਬਾਕੀ ਵੀ ਫੜੇ ਜਾਣਗੇ ਜਲਦੀ। सर कुछ मीडिया रिपोर्ट्स हैं पंजाब पुलिस का स्पेशल ऑपरेशन सेल है SSOC, उसने कोई FIR रजिस्टर की कि ये पुरानी है या फ्रेश है, जिसमें हिंदू लीडर्स को मारने की साजिश थी, जग्गू भगवानपुरिया और 4 गैंगस्टर्स हैं जो खालिस्तान सपोर्टर से बाहर। देखिए ये फ्रेश FIR नहीं है, ये इसका फॉलोअप है, तो उसमें ऑलरेडी SSOC उस पर काम कर रही है। ये एक पुरानी FIR है जिसका फॉलोअप अभी चल रहा है। बहुत सारे केसेस हैं जिसमें FIR का रेगुलर फॉलोअप होता है, तो इसका फॉलोअप चल रहा है फर्दर आगे। सर अभी भी है सर, मतलब अगर फॉलोअप चल रहा है तो मतलब जो थ्रेट वो लगे हुए हैं जी, SSOC से जब और डिटेल्स आएंगे हम शेयर कर देंगे आपको। सर लंडा हरीके ਨੂੰ ਲੈ ਕੇ ਕੱਲ ਕਾਫੀ ਸਰਚੇਜ਼ ਵਗੈਰਾ ਕੀਤੇ ਹੈ, ਉਹ ਸਾਰੇ ਲੱਗੇ ਕਰਦੇ ਲੈ ਵੀ ਆ ਗਿਆ। ਲੰਡਾ ਹਰੀਕੇ ਨੂੰ ਲੈ ਕੇ ਕੱਲ ਸਰਚੇਜ਼ ਕੀਤੇ 330 ਜਿਹੜੇ ਲਿੰਕ ਵਗੈਰਾ ਹੈ, ਉਹਦੇ ਵਿੱਚ ਹੁਣ ਤੱਕ ਦੀ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਕੁਝ ਡਿਟੇਲ ਜਾਂ ਫਿਰ ਅਰੈਸਟ ਹੋਇਆ ਨਹੀਂ ਅਜੇ ਰੱਟ ਜੀ, ਉਹਦੇ ਚਾਹੀ ਨਹੀਂ ਡਿਟੇਲਸ, ਜਦੋਂ ਆਉਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਅਦ ਵਿੱਚ। ਠੀਕ ਹੈ ਠੀਕ ਹੈ ਜੀ, ਥੈਂਕ ਯੂ ਜੀ।